ਇਹ ਵੀ 2 ਲੱਖ ਦਾ ਹੋਣਾ ਹੈ। ਇੰਨੇ ਕੁ ਦਾ ਹੈਗਾ ਹੀ ਹੈ ਜੀ। ਹੁਣ ਅਸੀਂ ਜੰਡਸਰ ਸਾਹਿਬ ਤੋਂ ਗੁਰਦੁਆਰਾ ਇਮਲੀ ਸਾਹਿਬ ਪਾਤਸ਼ਾਹੀ 10ਵੀਂ ਜਾ ਰਹੇ ਹਾਂ। ਆਹ ਦੇਖੋ ਬੋਰਡ ਵੀ ਲੱਗਾ ਆ ਗਿਆ। ਕੀੜੀ ਅਫਗਾਨਾ ਪਿੰਡ ਹੈ, ਤਕਰੀਬਨ ਇੱਥੋਂ 2 ਕਿਲੋਮੀਟਰ ਹੈ। ਖੱਬੇ ਪਾਸੇ ਨਹਿਰ ਤੇ ਸੱਜੇ ਪਾਸੇ ਜੰਗਲ ਨੁਮਾ ਸੰਘਣੀ ਝਿੜੀ ਦਰਖਤਾਂ ਦੀ। ਉਹ ਇੱਕ ਦਰਖਤ ਡਿੱਗਾ ਤੇ ਉਹਦੇ ਨਾਲ ਜਿੰਨਾ ਨਹਿਰ 'ਚ ਗੰਦ ਆਉਂਦਾ ਸਾਰਾ ਅੜਿਆ ਹੋਇਆ। ਆ ਹੁਣ ਇਸ ਸੜਕ ਤੇ ਜਾ ਰਹੇ ਆ। ਕਿੰਨੇ ਵੱਡੇ ਵੱਡੇ ਉੱਚੇ ਦਰਖਤ ਆ ਸਫੈਦੇ, ਤੇ ਇਹ ਥੱਲੇ ਜਾਂਦੇ ਆ ਨਾ, ਫੀਲਿੰਗ ਐ ਆਉਂਦੀ ਆ ਜਿਵੇਂ ਹੋਰ ਹੀ ਕਿਸੇ ਕੰਟਰੀ 'ਚ ਹੁੰਦੇ ਆ। ਪੰਜਾਬ 'ਚ ਤੇ ਇਦਾਂ ਦੇ ਥਾਂ ਬਹੁਤ ਘੱਟ ਹੀ ਮਿਲਣਗੇ ਕਿਤੇ। ਇਹ ਪਿੰਡ ਕੀੜੀ ਅਫਗਾਨਾ ਹੈ ਜੀ। ਸਾਹਮਣੇ ਗੁਰਦੁਆਰਾ ਇਮਲੀ ਸਾਹਿਬ ਜੀ ਦੇ ਦਰਸ਼ਨ ਹੋ ਰਹੇ ਆ। ਇਤਿਹਾਸ ਇਹੀ ਦੱਸਿਆ ਜਾਂਦਾ ਹੈ ਜਿਹੜਾ ਜੰਡਸਰ ਸਾਹਿਬ ਵਾਲਾ ਹੈ ਕਿ ਗੁਰੂ ਸਾਹਿਬ ਜੀ ਨੇ ਉੱਥੇ ਅਲਫੂ ਤੇ ਗਾਮੂ ਨੂੰ ਸੋਧਿਆ ਸੀਗਾ। ਹੁਣ ਕਲਗੀਧਰ ਜੀ ਜ਼ਰੂਰ ਜੰਡ ਸਾਹਿਬ ਤੋਂ ਜਦੋਂ ਬਹਿਲੋਲਪੁਰ ਨੂੰ ਜਾ ਰਹੇ ਹਨ, ਇਹ ਬਿਲਕੁਲ ਰੂਟ ਤੇ ਹੈ। ਗਿਆਨੀ ਗਿਆਨ ਸਿੰਘ ਜੀ ਤਵਾਰੀਖ ਗੁਰੂ ਖਾਲਸਾ ਵਿੱਚ ਲਿਖਦੇ ਹਨ ਕਿ ਇਹ ਅਲਫੂ ਤੇ ਗਾਮੂ ਵਾਲਾ ਇੰਸੀਡੈਂਸ ਜਿਹੜਾ ਹੈ ਇਹ ਕੀੜੀ ਦਾ ਹੈ। ਸੋ ਅਸਥਾਨ ਚਾਹੇ ਕੀੜੀ 'ਚ ਬਣੇ ਚਾਹੇ ਜੰਡ ਸਾਹਿਬ 'ਚ ਬਣਿਆ ਹੈ, ਪਰ ਇਤਿਹਾਸ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਸੰਗਤ ਕਨਫਿਊਜ਼ਨ ਦੇ ਵਿੱਚ ਨਾ ਪਵੇ। ਹੁਣ ਕਲਗੀਧਰ ਪਿਤਾ ਜੀ ਤਾਂ ਇਕੱਲੇ ਜਾ ਰਹੇ ਸੀਗੇ, ਇਤਿਹਾਸ ਬਾਅਦ ਵਿੱਚ ਲਿਖਿਆ ਗਿਆ। ਕਈ ਪੱਖ ਹੋ ਜਾਂਦੇ ਹਨ, ਸੱਚ ਗੁਰੂ ਸਾਹਿਬ ਜਾਣਦੇ ਹਨ, ਪਰ ਸਾਡਾ ਸਿੱਖਾਂ ਦਾ ਗੁਰੂ ਸਾਹਿਬ ਦੇ ਇਤਿਹਾਸ ਦੇ ਨਾਲ ਪਿਆਰ ਤੇ ਵਿਸ਼ਵਾਸ ਰਹਿਣਾ ਬਹੁਤ ਜ਼ਰੂਰੀ ਹੈ। ਇਤਿਹਾਸ ਲਿਖਦਿਆਂ, ਇਤਿਹਾਸ ਸੁਣਾਉਂਦਿਆਂ, ਯਾਤਰਾਵਾਂ ਕਰਦਿਆਂ ਕਈ ਕਮੀਆਂ ਰਹਿ ਜਾਂਦੀਆਂ ਹਨ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਗੁਰੂ ਸਾਹਿਬ ਜੀ ਦੇ ਜੀਵਨ 'ਚ ਕੋਈ ਕਮੀ ਹੈ ਜਾਂ ਗੁਰੂ ਸਾਹਿਬ ਜੀ ਨੇ ਉੱਥੇ ਸਹੀ ਫੈਸਲੇ ਨਹੀਂ ਕੀਤੇ। ਗੁਰੂ ਸਾਹਿਬ ਜੀ ਆਪ ਪਰਮੇਸ਼ਰ ਹਨ, ਪੂਰਨ ਹਨ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਗੁਰੂ ਤੇ ਪਰਮੇਸ਼ਰ ਕਦੀ ਨਹੀਂ ਭੁੱਲਦੇ, ਹੋਵੇ ਸੱਚਾ ਗੁਰੂ। ਤੇ ਕਲਗੀਧਰ ਜੀ ਤੋਂ ਵੱਧ ਸੱਚਾ ਹੋਰ ਕਿਹੜਾ ਹੋ ਸਕਦਾ ਹੈ। ਸੰਗਤ ਜੀ, ਦਾਸ ਤਾਂ ਇੱਕ ਨਿਮਾਣਾ ਜਿਹਾ ਸੇਵਕ ਹੈ। ਦਾਸ ਨੂੰ ਇਹ ਹੱਕ ਨਹੀਂ ਹੈ ਕਿ ਉਹ ਫੈਸਲਾ ਕਰੇ, ਪਰ ਸਾਡੀਆਂ ਸਰਮੋਰ ਜਥੇਬੰਦੀਆਂ ਨੂੰ ਜ਼ਰੂਰ ਚਾਹੀਦਾ ਹੈ ਕਿ ਇਹਨਾਂ ਚੀਜ਼ਾਂ ਨੂੰ ਵਿਚਾਰਨ, ਕਿਉਂਕਿ ਇਹ ਹੌਲੀ ਹੌਲੀ ਸਮਾਂ ਪਾ ਕੇ ਕਨਫਿਊਜ਼ਨ ਕ੍ਰੀਏਟ ਹੋਏਗੀ। ਅਸੀਂ ਆਪ ਜੀ ਨੂੰ ਦੋਨਾਂ ਸਥਾਨਾਂ ਦੇ ਦਰਸ਼ਨ ਕਰਾ ਦਿੱਤੇ ਹਨ। ਅੱਗੇ ਹੁਣ ਬਹਿਲੋਲਪੁਰ ਹੈ, ਆਪਾਂ ਉੱਥੇ ਚੱਲਦੇ ਹਾਂ। ਜਦੋਂ ਸੰਗਤ ਜੀ ਆਪਾਂ ਚਮਕੌਰ ਸਾਹਿਬ ਤੋਂ ਮਾਛੀਵਾੜਾ ਸਾਹਿਬ ਵੱਲ ਨੂੰ ਜਾਂਦੇ ਹਾਂ ਨਾ, ਤੇ ਜਿਹੜਾ ਅੱਜ ਕੱਲ੍ਹ ਗੁਰੂ ਗੋਬਿੰਦ ਸਿੰਘ ਮਾਰਗ ਬਣਿਆ ਹੈ, ਉਹ ਮੇਨ ਨਹਿਰ ਦੇ ਨਾਲ ਜਿਹੜੀ ਮੇਨ ਰੋਡ ਜਾਂਦੀ ਹੈ ਲੁਧਿਆਣੇ ਵੱਲ ਨੂੰ, ਉਸੇ ਨੂੰ ਹੀ ਮਾਰਕ ਕੀਤਾ ਹੋਇਆ ਹੈ। ਪਰ ਅਸਲ ਵਿੱਚ ਜੰਡ ਸਾਹਿਬ ਇੱਧਰ ਪਿੱਛੇ ਹੈ, ਫਿਰ ਆ ਕੀੜੀ ਅਫਗਾਨਾ ਹੈ, ਫਿਰ ਅੱਗੇ ਬਹਿਲੋਲਪੁਰ ਹੈ, ਫਿਰ ਝਾੜ ਸਾਹਿਬ ਹੈ। ਸੋ ਸੰਗਤ ਜੀ, ਪਿੱਛੇ ਪਿੰਡ ਨਿਕਲ ਗਿਆ ਕੋਟਲਾ ਸੁਰਮੁਖ ਸਿੰਘ। ਉੱਥੇ ਵੀ ਗੁਰਦੁਆਰਾ ਸਾਹਿਬ ਦੇ ਅੱਗੇ ਲਿਖਿਆ ਹੋਇਆ ਸੀ ਸ੍ਰੀ ਦਸ਼ਮੇਸ਼ ਮਾਰਗ। ਮਾਰਗ ਇਹੀ ਹੈ, ਨਾ ਕਿ ਉਹ ਨਹਿਰ ਵਾਲਾ। ਇਹ ਅੱਗੇ ਜਿਹੜਾ ਪਿੰਡ ਤੁਹਾਨੂੰ ਦਿਖਾਈ ਦੇਣ ਲੱਗ ਪਿਆ ਹੈ, ਇਹ ਬਹਿਲੋਲਪੁਰ ਪਿੰਡ ਹੈ, ਔਰ ਉਹ ਗੁਰਦੁਆਰਾ ਸਾਹਿਬ ਦੇ ਸਾਹਮਣੇ ਦਰਸ਼ਨ ਹੋ ਰਹੇ ਹਨ। ਆਪਾਂ ਵੀ ਉੱਥੇ ਜਾ ਰਹੇ ਹਾਂ। ਜਿਸ ਸਥਾਨ ਦੇ ਹੁਣ ਦਰਸ਼ਨ ਹੋ ਰਹੇ ਹਨ ਸੰਗਤ ਜੀ, ਇਹ ਪਿੰਡ ਹੈ ਬਹਿਲੋਲਪੁਰ। ਗੁਰਦੁਆਰਾ ਸਾਹਿਬ ਦਾ ਨਾਮ ਹੈ ਸ੍ਰੀ ਕਲਗੀਧਰ ਸਾਹਿਬ, ਤੇ ਇਸ ਸਥਾਨ ਦੇ ਉੱਤੇ ਨਗੀਨੇ ਖੱਤਰੀ ਦਾ ਘਰ ਸੀਗਾ। ਇਸ ਨੂੰ ਪੂਰਨ ਵੀ ਲਿਖਿਆ ਜਾਂਦਾ ਹੈ। ਇਹ ਘੋੜਿਆਂ ਦਾ ਵਪਾਰ ਕਰਦਾ ਸੀ। ਅਨੰਦਪੁਰ ਸਾਹਿਬ ਗੁਰੂ ਸਾਹਿਬ ਜੀ ਨੂੰ ਘੋੜੇ ਵੇਚਣ ਵੀ ਜਾਂਦਾ ਹੁੰਦਾ ਸੀ। ਜਦੋਂ ਵੀ ਅਨੰਦਪੁਰ ਸਾਹਿਬ ਜਾਣਾ, ਬੇਨਤੀ ਕਰਨੀ, ਕਲਗੀਧਰ ਪਿਤਾ ਜੀ ਕਦੀ ਮੇਰੇ ਘਰ ਵਿੱਚ ਵੀ ਚਰਨ ਪਾਓ, ਤਾਂ ਗੁਰੂ ਸਾਹਿਬ ਜੀ ਨੇ ਉਸ ਵੇਲੇ ਕਹਿਣਾ ਕੋਈ ਗੱਲ ਨਹੀਂ, ਸਮਾਂ ਆਉਣ ਤੇ ਆਵਾਂਗੇ, ਨਾਲੇ ਮੁਸਕਰਾ ਦੇਣਾ। ਹੁਣ ਜਦੋਂ ਕਲਗੀਧਰ ਪਾਤਸ਼ਾਹ ਜੀ ਇਹ ਜੰਗਲਾਂ 'ਚ ਇਕੱਲੇ ਹਨ, ਗੁਰੂ ਸਾਹਿਬ ਜੀ ਦਰਵਾਜ਼ਾ ਖੜਕਾਉਂਦੇ ਹਨ। ਇਸ ਦਾ ਨੌਕਰ ਹੈ ਜਿਉਣਾ। ਜਿਉਣਾ ਪੁੱਛਦਾ ਹੈ ਤੁਸੀਂ ਕੌਣ ਹੋ, ਤਾਂ ਉਸ ਵੇਲੇ ਗੁਰੂ ਸਾਹਿਬ ਕਹਿੰਦੇ ਜਾ ਨਗੀਨੇ ਨੂੰ ਕਹਿ ਅਨੰਦਪੁਰ ਸਾਹਿਬ ਵਾਲੇ ਗੁਰੂ ਸਾਹਿਬ ਆਏ ਹਨ। ਹੁਣ ਇਹ ਜਦੋਂ ਜਿਉਣਾ ਜਾ ਕੇ ਦਰਵਾਜ਼ਾ ਖੜਕਾਉਂਦਾ ਹੈ, ਅੰਦਰੋਂ ਆਵਾਜ਼ ਆਉਂਦੀ ਹੈ ਕੌਣ ਹੈ, ਤਾਂ ਜਿਉਣਾ ਕਹਿੰਦਾ ਹੈ ਅਨੰਦਪੁਰ ਸਾਹਿਬ ਵਾਲੇ ਗੁਰੂ ਆਏ ਹਨ। ਅੱਗੋਂ ਨਗੀਨਾ ਵਪਾਰੀ ਕਹਿੰਦਾ ਉਹਨਾਂ ਨੂੰ ਕਹਿ ਦੇ ਘਰੇ ਕੋਈ ਨਹੀਂ ਹੈ। ਹੁਣ ਉਹ ਇਹੀ ਆਣ ਕੇ ਗੁਰੂ ਸਾਹਿਬ ਨੂੰ ਦੁਬਾਰਾ ਕਹਿੰਦਾ ਹੈ। ਗੁਰੂ ਸਾਹਿਬ ਉਸ ਨੂੰ ਫਿਰ ਦੁਬਾਰਾ ਭੇਜਦੇ ਹਨ। ਨਗੀਨੇ ਖੱਤਰੀ ਦੇ ਘਰ ਦੇ ਵਿੱਚੋਂ ਫਿਰ ਇਹੀ ਆਵਾਜ਼ ਆਉਂਦੀ ਹੈ ਕਿ ਜਾ ਕਹਿ ਦੇ ਦਰਵਾਜ਼ਾ ਬੰਦ ਹੈ। ਉਸ ਵੇਲੇ ਉਸ ਜਿਉਣੇ ਨੇ, ਜਿਹਨੇ ਕਲਗੀਧਰ ਪਿਤਾ ਜੀ ਬਾਰੇ ਸੁਣਿਆ ਸੀਗਾ, ਇਹਨਾਂ ਪਤਾ ਸੀਗਾ ਕਿ ਇਹ ਅਨੰਦਪੁਰ ਸਾਹਿਬ ਜਾਂਦੇ ਹਨ, ਉਸ ਗੁਰੂ ਸਾਹਿਬ ਜੀ ਨੂੰ ਮੰਨਦੇ ਹਨ, ਤਾਂ ਉਸ ਦਾ ਵੀ ਮਨ ਭਰ ਆਇਆ। ਹੁਣ ਆਣ ਕੇ ਜਦੋਂ ਦੁਬਾਰਾ ਦੱਸਿਆ ਤਾਂ ਗੁਰੂ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਭਾਈ, ਤੁਹਾਡੇ ਦਰਵਾਜ਼ੇ ਬੰਦ ਹੀ ਰਹਿਣਗੇ। ਔਰ ਗੁਰੂ ਸਾਹਿਬ ਉੱਥੋਂ ਚੱਲ ਪਏ। ਹੁਣ ਇਹ ਜਿਉਣਾ ਇੱਕ ਛੋਟੀ ਜਿਹੀ ਟਿੰਡ ਦੇ ਵਿੱਚ ਬੈਠਾ ਅੱਗ ਸੇਕ ਰਿਹਾ ਸੀਗਾ। ਗਰੀਬ ਹੈ, ਨੌਕਰ ਹੈ। ਇਸ ਨੇ ਉਹੀ ਅੱਗ ਕਲਗੀਧਰ ਪਿਤਾ ਜੀ ਨੂੰ ਫੜਾ ਦਿੱਤੀ ਕਿ ਤੁਹਾਡੇ ਕੱਪੜੇ ਗਿੱਲੇ ਹਨ, ਠੰਡ ਵਿੱਚ ਆਪ ਜੀ ਆਏ ਹੋ, ਇਹ ਮੇਰੇ ਕੋਲ ਗਰੀਬ ਕੋਲ ਇਹੀ ਹੈ, ਕਿਰਪਾ ਕਰਕੇ ਤੁਸੀਂ ਇਹ ਲੈ ਜਾਓ। ਤੇ ਆਪ ਜੀ ਨੇ ਅੱਗ ਸੇਕ ਲੈਣਾ। ਹੁਣ ਇਹ ਜਿਉਣਾ
ਤਾਂ ਗੁਰੂ ਦੇ ਦਰ ਤੇ ਪ੍ਰਵਾਨ ਹੋ ਗਿਆ, ਗਰੀਬ ਤਾਂ ਗੁਰੂ ਦੇ ਦਰ ਤੇ ਪ੍ਰਵਾਨ ਹੋ ਗਿਆ। ਕਲਗੀਧਰ ਜੀ ਦੇ ਦਰਬਾਰ 'ਚ, ਗੁਰੂ ਸਾਹਿਬ ਦੇ ਦਰਬਾਰ 'ਚ, ਪਰਮੇਸ਼ਰ ਦੇ ਦਰਬਾਰ ਦੇ ਵਿੱਚ ਇਹ ਮੈਟਰ ਨਹੀਂ ਕਰਦਾ ਤੂੰ ਅਮੀਰ ਹੈ ਕਿ ਗਰੀਬ ਹੈ, ਪਰ ਇਹ ਫਰਕ ਪੈਂਦਾ ਹੈ ਕਿ ਲੋੜ ਪੈਣ ਤੇ ਤੂੰ ਨਾਲ ਖਲੋਤਾ ਹੈ ਕਿ ਨਹੀਂ। ਸੋ ਇਹ ਇਸ ਸਥਾਨ ਦਾ ਇਤਿਹਾਸ ਹੈ। ਕਲਗੀਧਰ ਜੀ ਰਾਤ ਦੇ ਹਨੇਰੇ ਦੇ ਵਿੱਚ ਹੀ ਰਵਾਂ ਰਵੀ ਇੱਥੋਂ ਫਿਰ ਅੱਗੇ ਚਲੇ ਗਏ, ਝਾੜ ਸਾਹਿਬ ਵਾਲੇ ਸਥਾਨ ਤੇ ਪਹੁੰਚਦੇ ਹਨ। ਆਪਾਂ ਵੀ ਹੁਣ ਇੱਥੋਂ ਜਾ ਕੇ ਝਾੜ ਸਾਹਿਬ ਵਾਲੇ ਸਥਾਨ ਤੇ ਦਰਸ਼ਨ ਕਰਦੇ ਹਾਂ। ਬਹਿਲੋਲਪੁਰ ਕਾਫੀ ਵੱਡਾ ਪਿੰਡ ਆ। ਮੈਂ ਪੁਰਾਣੀ ਬਿਲਡਿੰਗ ਲੱਭ ਰਿਹਾ, ਮੈਨੂੰ ਕੋਈ ਅਜੇ ਤੇ ਦਿਖ ਨਹੀਂ ਰਹੀ। ਬਹਿਲੋਲਪੁਰ 'ਚ ਪੁਰਾਣੀ ਬਿਲਡਿੰਗ ਲੱਭਦੇ ਸੀ, ਉਹ ਦੇਖੋ ਇੱਕ ਬੜਾ ਵੱਡਾ ਮਕਬਰਾ ਜਿਹਾ ਹੈ। ਉੱਥੇ ਜਾਣ ਵਾਲਾ ਰਸਤਾ ਤੇ ਪਿੱਛੇ ਰਹਿ ਗਿਆ, ਉੱਥੇ ਤੇ ਆਪਾਂ ਜਾਣਾ ਨਹੀਂ ਹੁਣ ਅਜੇ। ਸੋ ਅਸੀਂ ਬਿਲਕੁਲ ਰਾਈਟ ਡਾਇਰੈਕਸ਼ਨ 'ਚ ਜਾ ਰਹੇ ਸੰਗਤ ਜੀ। ਪਿੱਛੇ ਬਹਿਲੋਲਪੁਰ ਰਹਿ ਗਿਆ ਤੇ ਝਾੜ ਸਾਹਿਬ ਇਸੇ ਡਾਇਰੈਕਸ਼ਨ 'ਚ ਹੈ। ਸੋ ਗੁਰੂ ਸਾਹਿਬ ਇਸੇ ਡਾਇਰੈਕਸ਼ਨ 'ਚ ਹੀ ਗਏ ਹਨ। ਪਰ ਜਦੋਂ ਕਿ ਜੇ ਅਸੀਂ ਦੇਖੀਏ ਉਲੀਕਿਆ ਗਿਆ ਗੁਰੂ ਗੋਬਿੰਦ ਸਿੰਘ ਮਾਰਗ ਦਰਖਤਾਂ ਦੇ ਪਿੱਛੇ ਆ ਰਿਹਾ ਹੈ। ਫਾਈਨਲੀ ਆਪਾਂ ਨੂੰ ਬੋਰਡ ਦਿਖ ਗਿਆ, ਗੁਰੂ ਗੋਬਿੰਦ ਸਿੰਘ ਮਾਰਗ, ਗੁਰਦੁਆਰਾ ਝਾੜ ਸਾਹਿਬ। ਸੋ ਜਦੋਂ ਤੋਂ ਅਸੀਂ ਚਮਕੌਰ ਸਾਹਿਬ ਤੋਂ ਨਿਕਲੇ, ਅਸੀਂ ਪਿੰਡਾਂ ਦੀ ਲਿਸਟ ਨਹੀਂ ਦੇਖ ਰਹੇ, ਕਿਉਂਕਿ ਪਿੰਡਾਂ ਦੀ ਲਿਸਟ ਮੇਨ ਹਾਈਵੇ ਵਾਲੀ ਉਹਨਾਂ ਨੇ ਲਿਖੀ ਹੈ, ਜਿਹੜੀ ਕਿ ਸਹੀ ਨਹੀਂ ਹੈ। ਕੁਦਰਤੀ ਅਸੀਂ ਜੰਡ ਸਾਹਿਬ, ਮੁੜ ਕੇ ਇਮਲੀ ਸਾਹਿਬ, ਕੀੜੀ ਫਗਾਨਾ ਦਰਸ਼ਨ ਕਰਕੇ ਆਏ ਹਾਂ। ਹੁਣ ਅਸੀਂ ਪਹੁੰਚਣ ਲੱਗੇ ਹਾਂ ਜੀ ਝਾੜ ਸਾਹਿਬ। ਇਹ ਬੋਰਡ ਵੀ ਆ ਗਿਆ, ਆਹ ਦੇਖੋ। ਇਸ ਨੂੰ ਜਿਵੇਂ ਪਿੰਡ ਦਾ ਪਿੰਡ ਹੀ ਹੁਣ ਵਸ ਗਿਆ ਹੈ, ਜਿਵੇਂ ਝਾੜ ਸਾਹਿਬ ਦੇ ਨਾਮ ਦੇ ਉੱਤੇ। ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਣ ਲੱਗ ਪਏ ਆਪਾਂ ਨੂੰ। ਕਲਗੀਧਰ ਜੀ ਦੀ ਚਰਨ ਛੋਹ ਪ੍ਰਾਪਤ ਇਹ ਸਥਾਨ ਮੈਂ ਇੱਕ ਐਂਟਰੈਂਸ ਉਧਰ ਹੈ, ਇੱਕ ਇੱਧਰ ਹੈ। ਆਪਾਂ ਇੱਧਰੋਂ ਟਰਾਈ ਕਰਦੇ ਹਾਂ। ਬਹਿਲੋਲਪੁਰ ਤੋਂ ਪਹਿਲਾਂ ਜਿੰਨੇ ਸਥਾਨ ਆਪਾਂ ਦਰਸ਼ਨ ਕੀਤੇ ਹਨ ਕਲਗੀਧਰ ਪਿਤਾ ਜੀ ਦੀ ਗੁਰੂ ਗੋਬਿੰਦ ਸਿੰਘ ਮਾਰਗ ਦੀ ਯਾਤਰਾ, ਉਹ ਸਾਰਾ ਰੋਪੜ ਜ਼ਿਲ੍ਹਾ ਸੀਗਾ। ਬਹਿਲੋਲਪੁਰ ਵੀ ਲੁਧਿਆਣਾ ਜ਼ਿਲ੍ਹਾ ਹੈ। ਜਿੱਥੇ ਹੁਣ ਅਸੀਂ ਖੜੇ ਹਾਂ ਇਹ ਹੈ ਜੀ ਗੁਰਦੁਆਰਾ ਝਾੜ ਸਾਹਿਬ, ਇਹ ਲੁਧਿਆਣਾ ਜ਼ਿਲ੍ਹਾ ਹੈ। ਹੁਣ ਅਗਲੀ ਯਾਤਰਾ ਜਿਹੜੀ ਆਪਣੀ ਮਾਛੀਵਾੜਾ ਸਾਹਿਬ ਤੇ ਅੱਗੇ, ਉਹ ਲੁਧਿਆਣਾ ਜ਼ਿਲ੍ਹਾ ਵਿੱਚ ਚੱਲਦੀ ਰਹੇਗੀ। ਜਦੋਂ ਬਹਿਲੋਲਪੁਰ ਤੋਂ ਗੁਰੂ ਸਾਹਿਬ ਜੀ ਰਾਤ ਦੇ ਹਨੇਰੇ ਵਿੱਚ ਹੀ ਅੱਗੇ ਚੱਲ ਪਏ ਹਨ। ਅੱਜ ਦੇ ਸਮੇਂ ਵਿੱਚ ਵੇਖਣਾ ਹੋਵੇ ਤਾਂ ਇਹ ਸਿੱਧਾ ਰੂਟ ਨਹੀਂ ਬਣਦਾ। ਪਹਿਲਾਂ ਗੁਰੂ ਸਾਹਿਬ ਨਹਿਰ ਦੇ ਉਸ ਪਾਰ ਸਨ, ਹੁਣ ਕਲਗੀਧਰ ਪਿਤਾ ਜੀ ਇੱਧਰ ਆ ਗਏ ਹਨ। ਸੰਗਤ ਜੀ ਜ਼ਿਕਰਯੋਗ ਹੈ ਕਿ ਨਹਿਰ ਸਿਰਫ 50 ਸਾਲ ਪਹਿਲਾਂ ਬਣੀ ਹੈ। ਸਮਝਣ ਦੀ ਖਾਤਰ ਕਹਿ ਰਹੇ ਹਾਂ, ਨਹਿਰ ਜਿਹੜੀ ਇਹ ਸਿੱਧੀ ਚਮਕੌਰ ਸਾਹਿਬ ਤੋਂ ਮਾਛੀਵਾੜਾ ਸਾਹਿਬ ਵੱਲ ਨੂੰ ਜਾ ਰਹੀ ਹੈ, ਪਰ ਕਲਗੀਧਰ ਪਿਤਾ ਜੀ ਕਦੀ ਉਸ ਪਾਸੇ ਤੇ ਕਦੀ ਉਸ ਪਾਸੇ। ਇਹ ਉਸ ਟਾਈਮ ਦੇ ਜੰਗਲਾਂ ਦੇ ਵਿੱਚ ਸਮਾਂ ਸੀ। ਇੱਥੇ ਇੱਕ ਝਾੜ ਦਾ ਰੁੱਖ ਸੀਗਾ, ਜਿਸ ਦੇ ਹੇਠਾਂ ਕਲਗੀਧਰ ਜੀ ਨੇ ਆ ਕੇ ਡੇਰਾ ਲਾਇਆ। ਇੱਥੋਂ ਹੀ ਫਿਰ ਅੱਗੇ ਜਿਹੜਾ ਵਾ ਮਾਛੀਵਾੜਾ ਸਾਹਿਬ ਵੱਲ ਨੂੰ ਯਾਤਰਾ ਸ਼ੁਰੂ ਹੁੰਦੀ ਹੈ, ਜਿਹੜੀ ਪਵਾਤ ਤੇ ਸਹਿਜੋ ਮਾਜਰਾ ਪਿੰਡਾਂ ਦੇ ਵਿੱਚੋਂ ਦੀ ਹੈ। ਹੁਣ ਇਹ ਗੁਰਦੁਆਰਾ ਸਾਹਿਬ ਤੁਸੀਂ ਦਰਸ਼ਨ ਕਰ ਰਹੇ ਹੋ, ਬਹੁਤ ਸੋਹਣਾ ਬਣਿਆ ਹੋਇਆ ਹੈ। ਬਾਬਾ ਪਿਆਰਾ ਸਿੰਘ ਜੀ ਹੋਏ ਹਨ ਝਾੜ ਸਾਹਿਬ ਵਾਲੇ, ਜਿਨ੍ਹਾਂ ਨੇ ਇਹ ਸਾਰੀ ਸੇਵਾ ਕਰਾਈ। ਸੰਗਤ ਜੀ ਇੱਥੇ ਜਿਹੜੇ ਅੱਜ ਵੀ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਕਮਰੇ ਬਣੇ ਹਨ, ਇਹ ਬੜੀ ਪੁਰਾਤਨ ਜੀ ਦਿੱਖ ਹੈ ਔਰ ਬੜੇ ਵਧੀਆ ਲੱਗਦੇ ਆ। ਸਰੋਵਰ ਇੱਥੇ ਹੈ, ਲੰਗਰ ਇੱਥੇ ਹੈ, ਰਹਾਇਸ਼ ਇੱਥੇ ਹੈ। ਬਾਬਾ ਪਿਆਰਾ ਸਿੰਘ ਜੀ ਹੁਣਾਂ ਦੀ ਯਾਦ ਵਿੱਚ ਇੱਕ ਗੁਰਦੁਆਰਾ ਸਾਹਿਬ ਪਿੱਛੇ ਬਣਿਆ ਹੋਇਆ ਹੈ। ਤੇ ਇੱਥੇ ਸੰਗਤ ਜੀ ਇੱਕ ਉਹ ਖੂਹ ਹੈ, ਖੂਹ ਦੀ ਸਾਖੀ ਵੀ ਬੜੀ ਵਿਚਿੱਤਰ ਹੈ। ਇੱਕ ਮਾਤਾ ਜੀ ਸਨ ਜਿਨ੍ਹਾਂ ਦਾ ਨਾਂ ਗੌਹਰ ਕੌਰ ਲਿਖਿਆ ਹੈ। ਉਹ ਇੱਥੇ ਬੈਠ ਕੇ ਆਪਣੇ ਘੜੇ ਰੱਖ ਕੇ ਜਲ ਆਈਆਂ ਸੰਗਤਾਂ ਨੂੰ ਛਕਾਉਂਦੇ ਸਨ। ਇਹ ਮੁਸਲਮਾਨ ਆਬਾਦੀ ਵਾਲਾ ਇਲਾਕਾ ਸੀਗਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਸਮਾਂ ਹੈ। ਉਹ ਮੁਸਲਮਾਨ ਮਾਤਾ ਜੀ ਦੇ ਘੜੇ ਭੰਨ ਦਿਆ ਕਰਦੇ ਸਨ। ਹੁਣ ਮਾਤਾ ਜੀ ਨੇ ਜਦੋਂ ਇਹੀ ਕੰਪਲੇਨ ਜਾ ਕੇ ਮਹਾਰਾਜਾ ਰਣਜੀਤ ਸਿੰਘ ਕੋਲ ਕੀਤੀ ਤਾਂ ਉਹਨਾਂ ਨੇ ਆਪਣੇ ਕੋਲੋਂ ਮਾਇਆ ਦਿੱਤੀ, ਇੱਥੇ ਖੂਹ ਲਵਾ ਦਿੱਤਾ। ਸਮਾਂ ਪਾ ਕੇ ਮੁਸਲਮਾਨਾਂ ਨੇ ਫਿਰ ਉਹ ਖੂਹ ਪੂਰ ਦਿੱਤਾ। ਮਾਤਾ ਜੀ ਫਿਰ ਦੁਬਾਰਾ ਮਹਾਰਾਜਾ ਰਣਜੀਤ ਸਿੰਘ ਕੋਲ ਪੈਦਲ ਚੱਲ ਕੇ ਗਏ। ਇਸ ਵਾਰ ਮਹਾਰਾਜਾ ਰਣਜੀਤ ਸਿੰਘ ਨੇ ਸਿੰਘ ਨਾਲ ਭੇਜੇ। ਖੂਹ ਚੋਂ ਮਿੱਟੀ ਕੱਢ ਕੇ ਉਸ ਨੂੰ ਫਿਰ ਚਾਲੂ ਕੀਤਾ ਗਿਆ ਤੇ ਨਾਲ ਹੀ ਉਹ ਮੁਸਲਮਾਨਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਜੇ ਤੁਸੀਂ ਹੁਣ ਇਹੀ ਕੰਮ ਦੁਬਾਰਾ ਕੀਤਾ ਤਾਂ ਇਸ ਦੇ ਜ਼ਿੰਮੇਵਾਰ ਤੁਸੀਂ ਆਪ ਹੋਵੋਗੇ। ਅੱਜ ਉਹ ਖੂਹ ਜਿਹੜਾ ਹੈ ਇੱਥੇ ਸੁਸ਼ੋਭਿਤ ਹੈ। ਉਹ ਖੂਹ ਮਾਤਾ ਗੌਹਰ ਕੌਰ ਜੀ ਦੀ ਯਾਦ ਦਿਵਾਉਂਦਾ ਹੈ। ਦੇਖੋ ਇਹ ਕਿੰਨੇ ਅੱਜ ਤੋਂ 200 ਸਾਲ ਪਹਿਲਾਂ ਵੀ ਮਾਤਾਵਾਂ ਕਿੱਦਾਂ ਇੱਥੇ ਸੇਵਾਵਾਂ ਕਰਦੀਆਂ ਸਨ। ਬਹੁਤ ਸੋਹਣਾ ਸਥਾਨ ਬਣਿਆ ਹੈ ਸੰਗਤ ਜੀ। ਹੁਣ ਸਾਡੀ ਅੱਗੇ ਯਾਤਰਾ ਮਾਛੀਵਾੜਾ ਸਾਹਿਬ ਵੱਲ ਨੂੰ ਹੋਏਗੀ। ਇਹ ਵੀ 2 ਲੱਖ ਦਾ ਹੋਣਾ ਹੈ। ਇੰਨੇ ਦਾ ਹੈਗਾ ਹੀ ਹੈ ਜੀ। ਅੱਛਾ, ਟਰੰਕ ਪਸੰਦ ਆਏ ਕਿ ਨਹੀਂ ਤੁਹਾਨੂੰ? ਹਾਂ, ਬਹੁਤ ਵਧੀਆ। ਠੀਕ, ਅਸੀਂ ਵੀ ਪਸੰਦ ਆ, ਟਰੰਕ ਵੀ ਪਸੰਦ ਆ।